सत श्री अकाल, स्वागत है जी सारिਆਂ ਦਾ। इस चैनल ਤੇ हमेशा कोशिश रहती है कि स्टडी वीज़ा ਨਾਲ जुड़े हुए तमाम लेटेस्ट अपडेट्स ਤੁਹਾਡੇ ਨਾਲ शेयर करिए। ਜਿਹੜੇ भी डाउट्स ने डिस्कशन ਨਾਲ ਉਹ डाउट्स ਨੂੰ भी क्लीयर करिए। सो चैनल ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਸੋ ਕੰਵਰ ਸਾਹਿਬ, ਕੈਨੇਡਾ ਦੀ ਇੰਟਰਵਿਊ ਦੇ ਸਵਾਲ ਇੱਕ ਤਾਂ ਕੀ ਪੁੱਛੇ ਜਾਂਦੇ ਨੇ, ਦੂਸਰਾ ਇਹ ਕਿ ਇੱਕੋ ਤਰੀਕੇ ਦੇ ਸਵਾਲਾਂ ਦਾ ਪੈਟਰਨ ਹੈ ਜਾਂ ਉਹਦੇ ਚ ਪ੍ਰੈਜ਼ੈਂਸ ਆਫ ਮਾइंड ज़्यादा ਜ਼ਰੂਰੀ है? देखो ਜਿਹੜੇ ਸਵਾਲ ਹੈ ਕੁਝ ਬੱਚਿਆਂ ਨੇ, क्योंकि ਸਾਡੇ ਕਿਸੇ ਬੱਚੇ ਦਾ ਇੰਟਰਵਿਊ नहीं आया, बट ऐसे यूट्यूब ਦੇ ਉੱਪਰ ਤੁਸੀਂ ਥੋੜਾ ਸਰਚ ਕਰੋਗੇ ਤਾਂ ਤੁਹਾਨੂੰ ਮਿਲਣਗੇ ਕੁਝ ਬੱਚੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਹੈ ਇੰਟਰਵਿਊ ਤੋਂ ਬਾਅਦ। ਇੱਕ ਹੁੰਦੇ ਨੇ ਇੰਟਰਵਿਊ ਦੇ ਵਿੱਚ ਨਾਰਮਲ ਸਵਾਲ, ਤੁਸੀਂ ਕੀ ਪੜ੍ਹੇ ਹੋ, ਕੀ ਪੜ੍ਹਨ ਚੱਲੇ ਹੋ, ਪੜ੍ਹ ਕੇ ਕੀ ਕਰੋਗੇ, ਔਰ ਤੁਸੀਂ ਆਪਣਾ ਜਿਹੜਾ ਖਰਚਾ ਹੈ ਉਹਨੂੰ ਕਿੱਦਾਂ ਮੈਨੇਜ ਕਰੋਗੇ, ਜਾਂ ਫੈਮਿਲੀ ਤੁਹਾਡੀ ਕੀ ਕਮਾਉਂਦੀ ਹੈ, ਕੀ ਕਰਦੀ ਹੈ, ਇਹ ਸਾਰੇ ਐਸਪੈਕਟ। ਕੁਝ ਸਵਾਲ ਜਿਨ੍ਹਾਂ ਕਿ ਤੇ ਤੁਸੀਂ ਅਟਕ ਸਕਦੇ ਹੋ, ਫਸ ਸਕਦੇ ਹੋ, ਜਿਨ੍ਹਾਂ ਦੇ ਉੱਤੇ ਤੁਹਾਨੂੰ ਹੋਮਵਰਕ ਕਰਕੇ ਜਾਣਾ ਜ਼ਰੂਰੀ ਹੈ, ਉਹ ਜ਼ਰੂਰ ਦੱਸੂਗਾ, ਕਿਉਂਕਿ ਸਟੂਡੈਂਟਸ ਨੇ ਸ਼ੇਅਰ ਕੀਤੇ। ਸੋ ਮੈਨੂੰ ਲੱਗਾ ਕਿ ਇਹਨਾਂ ਸਵਾਲਾਂ ਤੇ ਕੋਈ ਵੀ ਸਟੂਡੈਂਟ ਅੜ ਸਕਦਾ ਹੈ, ਸੋ ਉਹਨੂੰ ਅੱਛੇ ਵਰਕਆਊਟ ਦੇ ਨਾਲ ਜਾਣਾ ਚਾਹੀਦਾ, ਆਪਣੇ ਕੰਸਲਟੈਂਟ ਦੀ ਐਡਵਾਈਸ ਨਾਲ ਜਾਣਾ ਚਾਹੀਦਾ। ਉਹਨਾਂ ਦੇ ਮੈਂ ਆਨਸਰ ਇੱਥੇ ਨਹੀਂ ਦੇ ਸਕਦਾ ਕਿਉਂਕਿ ਆਨਸਰ ਕੇਸ ਟੂ ਕੇਸ ਬਣਨਾ ਹੈ, ਠੀਕ ਹੈ ਜੀ। ਬਟ ਤੁਸੀਂ ਇਹ ਸਵਾਲ ਅਗਰ ਤੁਹਾਡੇ ਮਾਈਂਡ 'ਚ ਹੈ ਤਾਂ ਆਪਣੇ ਕੰਸਲਟੈਂਟ ਨੂੰ ਜ਼ਰੂਰ ਦੱਸੋ ਔਰ ਉਹਦੀ ਐਡਵਾਈਸ ਜ਼ਰੂਰ ਲਓ ਕਿ ਉਹਦਾ ਆਨਸਰ ਕੀ ਹੋਣਾ ਚਾਹੀਦਾ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਸਵਾਲ ਆ ਜਾਂਦਾ ਹੈ ਕਿ ਤੁਸੀਂ ਜਿਹੜਾ ਕੋਰਸ ਉੱਥੇ ਕਰਨ ਚੱਲੇ ਹੋ, ਇਹ ਕੋਰਸ ਤਾਂ ਇੰਡੀਆ 'ਚ ਅਵੇਲੇਬਲ ਨੇ, ਸੋ ਤੁਸੀਂ ਇੱਥੇ ਕਿਉਂ ਨਹੀਂ ਕਰ ਰਹੇ ਹੋ? ਸੋ ਵਾਈ ਯੂ ਨਾਟ ਡੂਇੰਗ ਦ ਸੇਮ ਸਟੱਡੀ ਇਨ ਇੰਡੀਆ? ਦੈਟ ਕੁਡ ਬੀ ਦਾ ਮੇਜਰ ਐਕਸ਼ਨ, ਠੀਕ ਹੈ ਜੀ। ਸੈਕੰਡਲੀ, ਤੁਸੀਂ ਜ਼ਿਆਦਾਤਰ ਫੰਡ ਦਿਖਾਉਂਦੇ ਹੋ, GIC ਕੀਤੀ ਹੁੰਦੀ ਹੈ, ਇਨਕਮ ਦਿਖਾਉਂਦੇ ਹੋ, ਦੇ ਆਸਕ ਯੂ ਫॉर ਅ ਫੈਮਿਲੀ, ਔਰ ਤੁਹਾਡੇ ਤੋਂ ਵੀ ਪੁੱਛਦੇ ਨੇ ਕਿ ਫੈਮਿਲੀ ਅਗਰ ਤੁਹਾਡੇ 'ਤੇ ਆ ਪੈਸਾ ਖਰਚ ਦੇਗੀ ਤਾਂ ਤੁਹਾਡੇ ਜਿਹੜੇ ਸਿਬਲਿੰਗਸ ਹੈ, ਜਿਹੜੇ ਬ੍ਰਦਰ ਸਿਸਟਰ ਜਿਹਦਾ ਕੋਈ ਹੋਰ ਹੈ, ਉਹਦੇ ਲਈ ਫੈਮਿਲੀ ਕਿੱਦਾਂ ਮੈਨੇਜ ਕਰੇਗੀ ਚੀਜ਼ਾਂ ਨੂੰ। ਸੋ ਦੈਟ ਇਜ਼ ਅਨਦਰ ਪੁਆਇੰਟ ਆਫ ਕੰਸਰਨ ਜਿਹਦੇ 'ਤੇ ਤੁਹਾਨੂੰ ਅੱਛਾ ਹੋਮਵਰਕ ਕਰਕੇ ਜਾਣ ਦੀ ਲੋੜ ਹੈ। ਥਰਡ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜਾ ਤੁਸੀਂ ਕੋਰਸ ਕਰੋਗੇ ਉਸ ਕੋਰਸ ਨੂੰ ਲੈ ਕੇ ਕਰੀਅਰ ਪ੍ਰੋਸਪੈਕਟਿਵਸ ਕੀ ਨੇ, ਸੋ ਉਹਦੇ ਉੱਤੇ ਕਲੈਰਿਟੀ ਹੋਣੀ, ਕ੍ਰਿਸਟਲ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਤੁਹਾਡਾ ਕੌਨਫੀਡੈਂਸ ਦਾ ਬਚਿਆ ਰਹਿਣਾ ਬਹੁਤ ਜ਼ਰੂਰੀ ਹੈ। ਇੰਟਰਵਿਊ ਦੇ ਵਿੱਚ ਅਗਰ ਤੁਹਾਡਾ ਕੌਨਫੀਡੈਂਸ ਡਿੱਗਦਾ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਆਪਣੇ ਆਪ ਲੜਖੜਾ ਜਾਣਗੇ। ਸੋ ਆਪਣਾ ਕੌਨਫੀਡੈਂਸ ਮੇਨਟੇਨ ਕਰਕੇ ਰੱਖਣਾ ਹੈ ਤਾਂ ਕਿ ਜਿਹੜੇ ਸ਼ਬਦ ਤੁਹਾਡੇ ਕੋਲੋਂ ਨਿਕਲਣ ਉਹ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਨਾ ਕਰਨ। ਔਰ ਜੇ ਬਹੁਤ ਜ਼ਿਆਦਾ ਸਵਾਲਾਂ ਨੂੰ ਲੰਬਾ ਆਨਸਰ ਨਾ ਦਿਓ, ਕਿਉਂਕਿ ਜਿੰਨਾ ਲੰਬਾ ਆਨਸਰ ਦੋਗੇ ਉਹਦੇ ਵਿੱਚੋਂ ਫਿਰ ਕੁਐਸਚਨ ਨਿਕਲੇਗਾ। ਸੋ ਸਵਾਲ ਜਿੰਨਾ ਹੈ ਉਨੀ ਹੀ ਗੱਲ ਦੇ ਉੱਤੇ ਕੌਨਸਨਟਰੇਟ ਕਰਕੇ ਜਵਾਬ ਦਿੱਤਾ ਜਾਏ। ਸੋ ਕੰਵਰ ਸਾਹਿਬ, ਤੁਸੀਂ ਬਹੁਤ ਡੀਪਲੀ ਸਮਝ ਲਏ ਸਾਰੇ ਸਵਾਲ। ਤੁਹਾਨੂੰ ਲੱਗਦਾ ਹੈ ਇਹਨਾਂ ਦੀ ਤਿਆਰੀ ਸਟੂਡੈਂਟ ਆਪ ਕਰ ਸਕਦਾ ਜਾਂ ਐਕਸਪਰਟ ਦੀ ਸਲਾਹ ਵੀ ਚਾਹੀਦੀ ਹੈ ਉਹਨੂੰ? ਡੈਫੀਨਿਟਲੀ ਐਕਸਪਰਟ ਦੀ ਸਲਾਹ ਚਾਹੀਦੀ ਹੈ, ਕਿਉਂਕਿ ਸਟੂਡੈਂਟ ਸਰ ਕੋਈ ਯੂਜ਼ ਟੂ ਨਹੀਂ ਹੈਗਾ ਕੈਨੇਡਾ ਦਾ ਇੰਟਰਵਿਊਜ਼ ਦੇ ਲਈ, ਔਰ ਨਾ ਹੀ ਕੈਨੇਡਾ ਦੇ ਸਟੂਡੈਂਟਸ ਨੂੰ ਕਦੀ ਵੀ ਕੋਈ ਕੰਸਲਟੈਂਟ ਇੰਟਰਵਿਊ ਦੀ ਤਿਆਰੀ ਕਰਾਉਂਦਾ ਹੈ। ਇਹ ਸਿਚੁਏਸ਼ਨ ਅਸੀਂ ਆਸਟ੍ਰੇਲੀਆ ਵਾਲੇ ਸਟੂਡੈਂਟਸ ਨਾਲ ਕਰਦੇ ਹਾਂ, UK ਵਾਲੇ ਸਟੂਡੈਂਟਸ ਨਾਲ ਕਰਦੇ ਹਾਂ, ਬਟ ਕਦੀ ਕੈਨੇਡਾ ਵਾਲਿਆਂ ਨਾਲ ਕਰਨ ਦੀ ਲੋੜ ਨਹੀਂ ਪਈ। ਸੋ ਆਹ ਜਿਹੜੀ ਸਿਚੁਏਸ਼ਨ ਹੈ ਉਹਨਾਂ ਦੇ ਅੱਗੇ ਫਸਟ ਟਾਈਮ ਆਉਣੀ ਹੈ, ਕਈ ਕੰਸਲਟੈਂਟ ਦੇ ਅੱਗੇ ਵੀ ਫਸਟ ਟਾਈਮ ਆਉਣੀ ਹੈ। ਸੋ ਉਹ ਵੀ ਅਗਰ ਇਸ ਸ਼ੋਅ ਨੂੰ ਦੇਖ ਰਿਹਾ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ। ਜੋ ਕਾਗਜ਼ਾਂ 'ਚ ਹੈ ਉਹਨੂੰ ਰਟਾਉਣਾ ਵੱਖਰੀ ਗੱਲ ਹੈ, ਉਹ ਬੱਚਾ ਰਟ ਲੇਗਾ ਔਖਾ ਸੌਖਾ, ਜਾਂ ਯਾਦ ਕਰ ਲੇਗਾ ਜਾਂ ਸਮਝ ਲੇਗਾ, ਬਟ ਜਿਹੜੇ ਸਵਾਲ ਕਾਗਜ਼ਾਂ 'ਚ ਨਹੀਂ ਗਏ ਉਹਨਾਂ ਦੇ ਬਾਰੇ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ, ਜਿਹੜੇ ਮੈਂ ਤੁਹਾਨੂੰ ਦੱਸੇ। ਸੋ ਜਿੰਨਾ ਜ਼ਿਆਦਾ ਸਟਰੋਂਗਲੀ ਕੌਨਫੀਡੈਂਟ ਹੋ ਕੇ ਔਰ ਬੈਟਰ ਪਰਸੈਪਸ਼ਨ ਨਾਲ ਜਾਓਗੇ ਕਿ ਹਾਂ ਮੈਂ ਪੜ੍ਹਨ ਹੀ ਜਾ ਰਿਹਾ ਔਰ ਪੜ੍ਹਨਾ ਹੀ ਮੇਰਾ ਮਕਸਦ ਹੈ ਔਰ ਪੜ੍ਹਨ ਤੋਂ ਬਾਅਦ ਮੈਂ ਇੰਡੀਆ ਆ ਕੇ ਹੀ ਸੈਟਲ ਹੋਣਾ ਹੈ, ਤੇ ਜਦੋਂ ਐਸੇ ਸੋਚ ਨਾਲ ਜਾਓਗੇ ਫਿਰ ਤੁਹਾਡੇ ਮਨ 'ਚ ਜੇ ਕੋਈ ਜਵਾਬ ਮੌਕੇ 'ਤੇ ਵੀ ਬਣੇਗਾ ਤੇ ਉਹ ਸਹੀ ਬਣੇਗਾ। ਬਟ ਜੇ ਮਨ ਦੇ ਵਿੱਚ ਡਰ ਜਾਂ ਚੋਰ ਲੈ ਕੇ ਜਾਓਗੇ ਤਾਂ ਫਿਰ ਜ਼ਰੂਰ ਤੁਸੀਂ ਇੱਧਰ ਉੱਧਰ ਹੋ ਸਕਦੇ ਹੋ। ਸੋ ਲਾਸਟ ਸਵਾਲ ਕੰਵਰ ਸਾਹਿਬ, ਤੁਸੀਂ ਰੈਗੂਲਰਲੀ ਤਿਆਰੀ ਕਰਾਉਂਦੇ ਹੋ UK ਦੀ, ਤੁਹਾਡੀ ਪੂਰੀ ਟੀਮ ਇੱਕ ਡੈਡੀਕੇਟਿਡ ਟੀਮ ਹੈ, ਉਹਦਾ ਕੀ ਫਾਇਦਾ ਇੱਧਰ ਹੋਏਗਾ? ਬਿਲਕੁਲ ਸਰ, ਹੁਣ ਸਾਡੇ UK ਦੇ ਵਿੱਚ ਕਹਿ ਲਓ ਵੀ ਸਾਡੇ 3 ਜਣਿਆਂ ਦੀ ਟੀਮ ਹੁੰਦੀ ਹੈ ਜਿਹੜੀ ਸਾਡੇ UK ਦੇ ਸਟੂਡੈਂਟਸ ਨੂੰ ਨਾਰਮਲੀ ਤਿਆਰ ਕਰਦੀ ਹੈ, ਔਰ UK ਦੇ ਵਿੱਚ ਵੀ ਜਿਹੜੇ ਸਵਾਲ ਹੁੰਦੇ ਉਹ ਸਿਮਿਲਰ ਹੀ ਹੁੰਦੇ ਨੇ। ਸਵਾਲ ਕੋਈ ਵੱਖਰਾ ਨਹੀਂ ਪੁੱਛਿਆ ਜਾਣਾ, ਜਸਟ ਕਾਰਨ ਉਹਦਾ ਵੱਖਰਾ ਹੈ। ਉਹ ਕੈਨੇਡਾ ਲਈ ਪੁੱਛ ਰਹੇ ਨੇ, ਉਹ UK ਲਈ ਪੁੱਛ ਰਹੇ ਨੇ, ਬੱਚਾ ਆਨਸਰ ਵੱਖਰੇ ਤਰੀਕੇ ਨਾਲ ਦੇ ਰਿਹਾ, ਕੋਰਸ, ਇੰਸਟੀਟਿਊਟ, ਕੰਟਰੀ ਸਭ ਕੁਝ ਬਦਲ ਜਾਂਦਾ ਹੈ, ਬਟ ਮੂਲ ਤੌਰ 'ਤੇ ਸਵਾਲ ਉਹੀ ਰਹਿੰਦੇ ਨੇ। ਸੋ ਉਹ ਸਵਾਲ ਸਾਡੇ ਆਲਰੇਡੀ ਪ੍ਰੀਪੇਅਰਡ ਹੈ। ਸੋ ਅਗਰ ਸਾਡੇ ਨਾਲ ਕੋਈ ਬੱਚਾ ਕੰਟੈਕਟ ਵੀ ਕਰੇਗਾ, ਕੋਈ ਸਲਾਹ ਲੈਣਾ ਚਾਹੇਗਾ, ਮੋਸਟ ਵੈਲਕਮ ਹੈ, ਆਫਿਸ ਆ ਕੇ ਮਿਲ ਸਕਦਾ। नहीं है तो अपने कंसलटेंट को करते रहो, जो सवाल मेरे को आते रहने वो भी मैं तुहाडे नाल शेयर कर रहा। ऐसे इंटरनेट के प्लेटफॉर्म नूं तुसीं भी यूज़ करो और ये चो बच्चे भी लभण की कोशिश करो जिन्हां दे इंटरव्यू होए ने और वो तुहाडे नाल अपना फीडबैक तुहाडे नाल शेयर कर सकन। सो इदां दा बहुत स्टूडेंट तुहानूं आउण वाले दिनां 'च इंस्टाग्राम ते या फेसबुक ते या यूट्यूब ते मिलना शुरू हो जाऊगा। सो R&D भी नाल पूरी रखो। सो उम्मीद है जी अज की डिस्कशन थोड़े वास्ते बहुत लाहेमंद साबित होएगी।
ਫਾਈਲਿੰਗ ਵੇਲੇ ਅੱਜ ਜਿਹੜੇ ਪੁਆਇੰਟਸ ਡਿਸਕਸ ਹੋਏ ਨੇ ਹੈਲਪ ਕਰਨਗੇ, ਵੀਜ਼ਾ ਦੇ ਤੁਹਾਡੇ ਸਕਸੈਸ ਰੇਟ 'ਚ ਵਾਧਾ ਕਰਨਗੇ। ਕਿਸੇ ਵੀ ਤਰੀਕੇ ਦਾ ਸਵਾਲ ਹੈ, ਕੋਈ ਕੁਐਸਚਨ ਤੁਹਾਡਾ ਅਨਆਨਸਰਡ ਰਹਿ ਗਿਆ ਤਾਂ ਤੁਸੀਂ ਬ੍ਰੌਡਵੇ ਦੀ ਟੀਮ ਨੂੰ ਵਿਜ਼ਿਟ ਕਰ ਸਕਦੇ ਹੋ। ਬ੍ਰੌਡਵੇ ਦੇ ਪੂਰੇ ਨਾਰਥ ਇੰਡੀਆ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਆਫਿਸਿਸ ਨੇ। ਬ੍ਰੌਡਵੇ ਨੂੰ ਤੁਸੀਂ ਜੰਮੂ ਵਿਜ਼ਿਟ ਕਰ ਸਕਦੇ ਹੋ, ਹਰਿਆਣੇ ਵਿਜ਼ਿਟ ਕਰ ਸਕਦੇ ਹੋ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਦਿੱਲੀ ਵਿਜ਼ਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਅਹਿਮਦਾਬਾਦ ਵੀ ਬ੍ਰੌਡਵੇ ਦਾ ਆਫਿਸ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਜੇ ਤੁਸੀਂ ਦੂਰ ਹੋ ਤਾਂ ਬ੍ਰੌਡਵੇ ਨੂੰ ਆਨਲਾਈਨ ਵੀ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।